ਨਾਮ ਵਾਹਿਗੁਰੂ ਸਾਹਿਬ ਜੀਓ। ਕਬਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ। ਧੰਨ ਵਾਹਿਗੁਰੂ ਸਾਹਿਬ ਜੀਓ। ਉਸਤਤ ਨਿੰਦਾ ਨਾਹੀਂ ਜੇ ਕੰਚਨ ਲੋ ਸਮਾਨ। ਕਹੋ ਨਾਨਕ ਸੁਨ ਰੀ ਮਨਾ ਮੁਕਤ ਤਾਹੀਂ ਤੈ ਜਾਨ। ਉਸਤਤ ਨਿੰਦਾ ਨਾਹੀਂ ਜੇ ਕੰਚਨ ਲੋ ਸਮਾਨ। ਕਹੋ ਨਾਨਕ ਸੁਨ ਰੀ ਮਨਾ ਮੁਕਤ ਤਾਹੀਂ ਤੈ ਜਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਦੀ ਦੁਨੀਆ ਵਿੱਚ ਸਿਖਰ ਦੀ ਪਦਵੀ ਨੂੰ ਮੁਕਤੀ ਕਹਿੰਦੇ ਨੇ। ਮੁਕਤੀ ਪ੍ਰਾਪਤ ਕਰਨਾ ਮਨੁੱਖ ਦੇ ਅੰਦਰ ਦੀ ਲਾਲਸਾ ਵੀ ਹੈ। ਅਸਲ ਵਿੱਚ ਇਹ ਪਰਮੇਸ਼ਰ ਦਾ ਅੰਸ਼ ਹੈ ਤੇ ਪਰਮੇਸ਼ਰ ਮੁਕਤ ਹੈ। ਆਪਾਂ ਪਿਛਲੇ ਸ਼ਲੋਕ ਵਿੱਚ ਵੀ ਪੜ੍ਹਿਆ ਸੀ, ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਭਗਵਾਨ ਮੁਕਤ ਹੈ ਤੇ ਭਗਵਾਨ ਦੀ ਮੂਰਤ ਵੀ ਮੁਕਤ ਹੈ, ਭਾਵ ਉਹ ਜੀਵ ਵੀ ਮੁਕਤ ਹੈ। ਉਹਦਾ ਜੀਵਨ ਇਹੋ ਜਿਹਾ। ਮੁਕਤੀ ਦੇ ਮਸਲੇ ਨੂੰ ਲੈ ਕੇ ਧਰਮ ਦੀ ਦੁਨੀਆ ਵਿੱਚ ਬੜੇ ਲੁਟੇਰਿਆਂ ਨੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕੀਤਾ, ਮਨੁੱਖ ਨੂੰ ਬਹੁਤ ਭਟਕਾਇਆ। ਮੁਕਤੀ ਦੇ ਨਾਂ ਦੇ ਉੱਤੇ ਬੜੇ ਅਡੰਬਰ ਰਚੇ ਗਏ। ਇਹ ਗੱਲ ਚੇਤਾ ਰੱਖਿਓ, ਗੁਰਮਤਿ ਨੇ ਬਿਲਕੁਲ ਵਹਿਮਾਂ ਭਰਮਾਂ ਤੋਂ ਇੱਕ ਨਵੇਕਲੀ ਜੀਵਨ ਜਾਂਚ ਬਖਸ਼ੀ ਹੈ। ਤੇ ਕੁਦਰਤੀ ਗੱਲ ਹੈ, ਗੁਰਮਤਿ ਅਨੁਸਾਰ ਮੁਕਤੀ ਦਾ ਨਜ਼ਰੀਆ ਵੀ ਕਿਸੇ ਵੱਖਰੀ ਕਿਸਮ ਦਾ ਹੈ। ਇਹ ਵਾਲੀ ਮੁਕਤੀ ਨਹੀਂ ਹੈ ਜਿਹੜੀ ਚੜ੍ਹਾਈ ਕਰ ਜਾਣ ਤੋਂ ਬਾਅਦ ਵਿੱਚ ਮਿਲਦੀ ਹੈ। ਇਹ ਤਾਂ ਜੀਵਨ ਮੁਕਤ ਹੈ। ਸਤਿਗੁਰੂ ਜੀ ਨੇ ਉਹ ਗੱਲ ਸਿਖਾਈ ਹੈ। ਪਹਿਲਾਂ ਮੈਂ ਇੱਕ ਵਚਨ ਕਵਾਂ ਗੁਰੂ ਕੀ ਬਾਣੀ ਦਾ। ਆਪ ਤਸਵੀਰ ਹੈ ਗੁਰਮਤਿ ਦੀ ਮੁਕਤੀ ਦੀ। ਪ੍ਰਭ ਕੀ ਆਗਿਆ ਆਤਮ ਹਿਤਾਵ ਹੈ। ਅੰਦਰੋਂ ਉਹਨੂੰ ਰੱਬ ਦੀ ਗੱਲ ਚੰਗੀ ਲੱਗਦੀ ਹੋਵੇ। ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਹ ਸੋਗ। ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ। ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਤੈਸਾ ਮਾਨ ਤੈਸਾ ਅਭਿਮਾਨ। ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ। ਜਿਹੜਾ ਕੁਛ ਮਾਲਕ ਵਰਤਾਉਂਦਾ ਉਹ ਜੀਵਨ ਜੁਗਤ ਬਣ ਗਈ। ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਆਹ ਪੁਰਖ ਕਿਹੜਾ? ਇਹ ਜੀਵਨ ਮੁਕਤ ਹੈ। ਅੱਜ ਹਜ਼ੂਰ ਨੇ ਬੜੀ ਵੱਡੀ ਕਿਰਪਾ ਕੀਤੀ ਸਾਡੇ ਜੀਵਨ ਤੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਇੱਕ ਮੁਕਤ ਬੰਦੇ ਦੀ, ਇੱਕ ਮੁਕਤ ਮਨੁੱਖ ਦੀ ਵਿਚਾਰ ਦੱਸ ਰਹੇ ਨੇ। ਹਜ਼ੂਰ ਕਹਿੰਦੇ ਨੇ ਵੀ ਉਹਦੇ ਜੀਵਨ ਵਿੱਚ ਇਹ ਦਾਤਾਂ ਹੁੰਦੀਆਂ ਨੇ। ਇੱਕ ਇੱਕ ਸ਼ਬਦ ਨੂੰ ਲੈ ਕੇ ਚੱਲੀਏ ਤਾਂ ਕਿ ਆਪਾਂ ਨੂੰ ਸਮਝ ਲੱਗ ਜਾਏ। ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ। ਚਾਰ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਉਸਤਤ, ਥੋੜ੍ਹੀ ਜਿਹੀ ਵਿਚਾਰ ਨੂੰ ਸਮਝਿਓ। ਮਨੁੱਖ ਸਭ ਤੋਂ ਵਧੀਕ ਸੰਭਾਲ ਕੇ ਹੰਕਾਰ ਨੂੰ ਰੱਖਦਾ। ਇਹਦੀ ਲੱਤ ਤੇ ਇਹਦੀ ਬਾਂਹ ਤੇ ਕਿਤੇ ਵੀ ਸੱਟ ਵੱਜ ਜਾਏ ਬਰਦਾਸ਼ਤ ਕਰ ਲੈਂਦਾ, ਪਰ ਹੰਕਾਰ ਤੇ ਸੱਟ ਵੱਜ ਜਾਏ ਤਿਲਮਿਲਾ ਉੱਠਦਾ ਹੈ। ਬਿਲਕੁਲ ਬਰਦਾਸ਼ਤ ਨਹੀਂ ਕਰਦਾ, ਭਾਵੇਂ ਕਿੱਡਾ ਹੀ ਝਗੜਾ ਖੜਾ ਹੋ ਜਾਏ। ਹੰਕਾਰ ਨੂੰ ਬਹੁਤ ਬਚਾ ਕੇ ਰੱਖਦਾ, ਕੋਈ ਇਹਨੂੰ ਠੋਕਰ ਨਾ ਮਾਰ ਦੇਵੇ। ਬਲਕਿ ਮੈਂ ਸੱਚ ਕਹਾਂ,
ਮਨੁੱਖ ਨੇੜਤਾ ਹੀ ਉਹਨਾਂ ਨਾਲ ਰੱਖਦਾ ਜਿਹੜੇ ਇਹਦੀ ਉਸਤਤ ਕਰਦੇ ਨੇ, ਜਿਹੜੇ ਇਹਨੂੰ ਸੱਚ ਦੱਸਦੇ ਨੇ, ਇਹ ਉਹਨਾਂ ਨਾਲ ਨੇੜਤਾ ਨਹੀਂ ਰੱਖਦਾ। ਪਹਿਲਾਂ ਮੈਂ ਉਸਤਤ ਦੀ ਬੇਨਤੀ ਕਰਾਂ। ਭਾਈ ਕਾਹਨ ਸਿੰਘ ਨਾਭਾ ਨੇ ਉਸਤਤ ਸ਼ਬਦ ਦੇ ਅਰਥ ਕੀਤੇ ਨੇ। ਭਈ ਇਹ ਸੰਸਕ੍ਰਿਤ ਦਾ ਸ਼ਬਦ ਹੈ, ਇਹਦੇ ਅਰਥ ਨੇ ਕਿਸੇ ਦੀ ਵਡਿਆਈ ਕਰਨਾ, ਕਿਸੇ ਦੀ ਉਪਮਾ ਕਰਨਾ, ਕਿਸੇ ਦੀ ਸਲਾਹਨਾ ਕਰਨਾ। ਪਰ ਯਾਦ ਰੱਖਿਓ, ਉਸ ਸਲਾਹਨਾ ਵਿੱਚ, ਉਸ ਉਪਮਾ ਦੇ ਵਿੱਚ ਸੱਚ ਹੋਵੇ, ਹਕੀਕਤ ਹੋਵੇ। ਜੇ ਉਸ ਵਿੱਚ ਹਕੀਕਤ ਨਹੀਂ ਤਾਂ ਇਹ ਖੁਸ਼ਾਮਦ ਹੈ। ਪਰ ਮੈਨੂੰ ਮਾਫ ਕਰਿਓ, ਖੁਸ਼ਾਮਦ ਕਰਨ ਵਾਲਾ ਬੰਦਾ ਮਿੱਤਰ ਦੇ ਰੂਪ ਵਿੱਚ ਸਭ ਤੋਂ ਵੱਡਾ ਦੁਸ਼ਮਣ ਹੈ। ਖੁਸ਼ਾਮਦ ਕਰਨ ਵਾਲਾ ਬੰਦਾ ਕਿਤੇ ਕਬੂਲ ਨਹੀਂ ਹੋਇਆ ਕਰਦਾ। ਹਜ਼ੂਰ ਕਹਿੰਦੇ ਨੇ ਵੀ ਤੂੰ ਉਸਤਤ ਤਾਂ ਕਰ, ਪਰ ਇਹ ਗੱਲ ਚੇਤਾ ਰੱਖੀ, ਹੋ ਸਕਦਾ ਕਿਸੇ ਬੰਦੇ ਵਿੱਚ ਉਹ ਗੁਣ ਹੋਣ ਤੇ ਨਾ ਹੋਣ। ਕਈ ਵਾਰੀ ਆਪਾਂ ਖੰਡ ਵੀ ਤੇ ਕਰਨੇ ਆ, ਕੋਈ ਵੇਖ ਕੇ ਉਹਦੀ ਉਪਮਾ ਕਰੇ ਪਰ ਉਹ ਗੁਣ ਉਹਦੇ ਚ ਨਾ ਹੋਵੇ। ਇਹ ਮਨੁੱਖ ਦੇ ਉੱਤੇ ਸੰਭਵ ਹੈ, ਹੋ ਸਕਦਾ ਹੈ। ਇਸ ਲਈ ਹਜ਼ੂਰ ਆਖਦੇ ਨੇ, ਕਹਿੰਦੇ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ, ਤੂੰ ਜੇ ਉਸਤਤ ਕਰਨੀ ਚਾਹੁੰਦਾ ਹੈ ਨਾ, ਆ ਮੈਂ ਤੈਨੂੰ ਦੱਸਾਂ, ਉਸਤਤ ਮਨ ਮੈਂ ਕਰਨ ਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰੂ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰ ਕੇ ਨਾਨਕ ਉਜਲ ਮਥਾ। ਕਹਿਣ ਲੱਗੇ ਉਸਤਤ ਕਰ, ਨਿਰੰਕਾਰ ਦੀ ਕਰ, ਪਰਮੇਸ਼ਰ ਦੀ ਕਰ। ਜਿਹੜਾ ਇਹੋ ਜਿਹਾ ਪੁਰਖ ਹੈ, ਵਡਿਆਈ ਤੇ ਉਹਦੀ ਵੀ ਹੁੰਦੀ ਹੈ, ਪਰ ਉਹਦੇ ਤੇ ਅਸਰ ਨਹੀਂ। ਬੜੀ ਪਿਆਰੀ ਬਾਤ ਸਮਝਣ ਵਾਲੀ ਸਤਿਗੁਰੂ ਜੀ ਦੀ, ਉਹਦੇ ਤੇ ਉਸਤਤ ਨਹੀਂ ਹੈ। ਜਦੋਂ ਕੋਈ ਉਹਦੀ ਉਸਤਤ ਕਰਦਾ, ਉਹ ਕੰਨਾਂ ਰਾਹੀਂ ਉਸਤਤ ਸੁਣ ਲਈ ਆਪਣੀ, ਪਰ ਅੰਦਰ ਅੰਦਰ ਕੀ ਕਹਿ ਰਿਹਾ, ਅੰਦਰ ਅੰਦਰ ਮਾਲਕ ਦੇ ਚਰਨ ਘੁੱਟ ਕੇ ਪਕੜ ਲੈਂਦਾ, ਸਤਿਗੁਰੂ ਕਿਤੇ ਹੰਕਾਰ ਮੇਰੇ ਅੰਦਰ ਪੈਦਾ ਨਾ ਹੋ ਜਾਏ। ਛੋਟੀ ਜਿਹੀ ਇੱਕ ਬੇਨਤੀ ਕਰਦੇ ਹਾਂ, ਅਜੋਕਾ ਸਮਾਂ ਕਰੋਨੇ ਦੀ ਚਰਚਾ ਸਾਰੇ ਪਾਸੇ। ਤੁਸੀਂ ਦੇਖਿਆ ਵੀ ਜਦੋਂ ਕੋਈ ਬਿਮਾਰ ਹੋ ਜਾਏ ਤੇ ਅੱਤ ਦੇ ਨਜ਼ਦੀਕੀ ਲੋਕ ਵੀ ਉਹਦੇ ਨੇੜੇ ਨਹੀਂ ਜਾਂਦੇ, ਕਿਤੇ ਰੋਗ ਮੈਨੂੰ ਨਾ ਲੱਗ ਜਾਏ। ਹਜ਼ੂਰ ਕਹਿੰਦੇ ਹਉਮੈ ਦਾ ਤਾਂ ਐਡਾ ਦੀਰਘ ਰੋਗ ਹੈ ਕਿ ਤੂੰ ਉਹਦੇ ਕੋਲੋਂ ਦੂਰੀ ਕਿਉਂ ਨਹੀਂ ਬਣਾਉਂਦਾ? ਮਨਾ ਤੂੰ ਉਹਦੇ ਕੋਲੋਂ ਦੂਰੀ ਕਿਉਂ ਨਹੀਂ ਬਣਾਉਂਦਾ? ਤੋ ਬਚਨ ਸੁਣਿਓ ਜੀ ਬੜੇ ਧਿਆਨ ਨਾਲ। ਹਜ਼ੂਰ ਜੀ ਆਖਦੇ ਨੇ, ਕਹਿੰਦੇ ਜਦੋਂ ਉਸਤਤ ਹੋ ਰਹੀ ਹੋਵੇ ਨਾ, ਤੇ ਮਨਾ ਤੂੰ ਅੰਦਰੋਂ ਘੁੱਟ ਕੇ ਗੁਰੂ ਦਾ ਸ਼ਬਦ ਪਕੜ ਲਵੀਂ, ਘੁੱਟ ਕੇ ਗੁਰੂ ਦੇ ਚਰਨ ਪਕੜ ਲਵੀਂ, ਕਿਉਂਕਿ ਬਹੁਤ ਦੀਰਘ ਰੋਗ ਲੱਗਣ ਲੱਗਾ ਤੈਨੂੰ। ਵੇਖੀ ਕਿਤੇ ਹੀਰੇ ਵਰਗਾ ਜਨਮ ਕੌਡੀਆਂ ਬਦਲੇ ਨਾ ਗਵਾ ਜਾਈ, ਆਪਣੇ ਜੀਵਨ ਵਿੱਚ ਕਿਤੇ ਧੋਖਾ ਨਾ ਖਾ ਜਾਏ। ਘੁੱਟ ਕੇ ਗੁਰੂ ਦੇ ਚਰਨ ਪਕੜ, ਅੰਦਰੋਂ ਕਹਿ ਸਤਿਗੁਣ ਤੇਰੇ ਮੈਂ ਨਹੀਂ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ। ਮਨ ਕਹਿੰਦਾ ਤੇਰੇ ਗੁਣ ਨੇ, ਮੇਰੇ ਕੋਲ ਤਾਂ ਮੇਰਾ ਕੁਛ ਵੀ ਨਹੀਂ, ਤਾਂ ਮਿੱਟੀ ਦਾ ਪੁਤਲਾ ਹੈ। ਇਹ ਮੇਰੀ ਵਡਿਆਈ ਨਹੀਂ ਹੈ, ਸਤਿਗੁਰੂ ਤਾਂ ਤੇਰੀ ਵਡਿਆਈ ਜੀ ਨੇ ਕਿਰਪਾ ਕੀਤੀ। ਜੇ ਦੇਹ ਵਡਿਆਈ, ਮੈਂ ਚਾਹੁੰਦਾ ਵਡਿਆਈ ਮੈਨੂੰ ਵੀ ਮਿਲੇ, ਪਰ ਮੈਨੂੰ ਉਹ ਵਡਿਆਈ ਦੇ। ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਇੱਟ ਉੱਠ ਤੁਝੇ ਧਿਆਨ, ਇੱਟ ਉੱਠ ਤੁਝੇ ਧਿਆਨ। ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈਂ ਤਾਣ ਤੇਰਾ ਇੱਕ ਨਾਉ। ਮਾਲਕ ਜੀ ਮੈਨੂੰ ਤੇਰਾ ਹੀ ਆਸਰਾ ਹੈ, ਕਿਰਪਾ ਕਰ ਜਦੋਂ ਕੋਈ ਵਡਿਆਈ ਕਰੇ, ਪਰ ਮੈਂ ਤੇਰੇ ਚਰਨਾਂ ਦਾ ਸ਼ੁਕਰ ਕਰਨਾ ਸਿੱਖ ਲਵਾਂ, ਮੈਂ ਤੇਰੇ ਚਰਨਾਂ ਦਾ ਧੰਨਵਾਦ ਕਰਨਾ ਸਿੱਖ ਲਵਾਂ। ਫਿਰ ਸ਼ਬਦ ਸੁਣਿਓ ਜੀ, ਹਜ਼ੂਰ ਬੜਾ ਪਿਆਰਾ ਬਚਨ ਆਖਦੇ ਨੇ, ਕਹਿਣ ਲੱਗੇ ਭਲਿਓ ਮਾਲਕ ਅੱਗੇ ਅਰਦਾਸ ਕਰੀਏ, ਮੇਰੇ ਸਾਈਂ ਇੱਕ ਕਿਰਪਾ ਕਰ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ, ਦੂਜੀ ਨਹੀਂ ਜਾਏ ਜਿਸ ਆਗੇ ਪਿਆਰੀ ਜਾਏ ਕਹਾਂ। ਮੈਨੂੰ ਕੋਈ ਟਿਕਾਣਾ ਨਹੀਂ ਤੇਰੇ ਤੋਂ ਬਿਨਾਂ, ਵਡਿਆਈ ਤੇ ਮੈਂ ਵੀ ਚਾਹੁੰਦਾ, ਪਰ ਉਹ ਦੇ ਵਡਿਆਈ ਜਿਹੜੀ ਤੇਰੇ ਤੇ ਮੇਰੇ 'ਚ ਫਸਦਾ ਨਾ ਪਾਵੇ, ਮੇਰੇ ਹੰਕਾਰ ਨਾ ਪੈਦਾ ਹੋ ਜਾਵੇ ਅੰਦਰ, ਤੇ ਮੈਨੂੰ ਉਹ ਵਡਿਆਈ ਦੇ ਜਿਸ ਵਡਿਆਈ ਨਾਲ ਮੈਂ ਤੇਰਾ ਧੰਨਵਾਦ ਕਰ ਸਕਾਂ, ਸ਼ੁਕਰ ਕਰ ਸਕਾਂ, ਤੇਰੇ ਚਰਨਾਂ ਵਿੱਚ ਜੁੜ ਸਕਾਂ। ਇੱਕ ਬਚਨ ਹੋਰ ਧਿਆਨ ਵਿੱਚ ਰੱਖਿਓ, ਹਰ ਮਨ ਤਨ ਵਸਿਆ ਸੋਈ, ਜਿਹਦੇ ਅੰਦਰ ਬਾਹਰ ਇੱਕੋ ਹੀ ਰੱਬ ਦਾ ਪਿਆਰ ਹੈ,
ਉਹਦੀ ਵਡਿਆਈ ਕਿ ਹੋਏਗੀ। ਹਰ ਮੰਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹ ਅੰਦਰੋਂ ਕੀ ਕਹਿੰਦਾ? ਉਹ ਅੰਦਰੋਂ ਕਹਿੰਦਾ ਗੁਰ ਪੂਰੇ ਕੀ ਵਡਿਆਈ, ਤਾਂ ਕਿ ਕੀਮਤ ਕਹੀ ਨਾ ਜਾਈ। ਹਉ ਕੁਰਬਾਨ ਜਾਈ ਤੇਰੇ ਨਾਵੇ, ਜਿਸ ਨੂੰ ਬਖਸ਼ ਰਹੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਤੂੰ ਭਾਰੋ ਸੁਆਮੀ ਮੋਰਾ, ਸੰਤਾਂ ਤੂੰ ਭਾਰੋ ਸੁਆਮੀ ਮੇਰਾ, ਸੰਤਾਂ ਪ੍ਰਵਾਸਾ ਤੇਰਾ। ਨਾਨਕ ਪ੍ਰਭ ਸ਼ਰਣਾਈ, ਮੁੱਖ ਨਿੰਦਕ ਕੈ ਸ਼ਾਈ। ਇਹ ਸ਼ਬਦ ਵਿੱਚ ਨਿੰਦਕ ਦੀ ਵੀ ਗੱਲ ਹੈ ਤੇ ਵਡਿਆਈ ਦੀ ਵੀ ਗੱਲ ਹੈ। ਉਹਨੂੰ ਪਤਾ ਹੈ ਇਸ ਗੱਲ ਦਾ। ਉਹ ਘੁੱਟ ਕੇ ਗੁਰੂ ਦੇ ਚਰਨ ਪਕੜਦੇ, ਸਾਈਆਂ ਕਿਤੇ ਆਪਣੇ ਦਰ ਤੋਂ ਦੂਰ ਨਾ ਕਰਦੀ। ਲੋਕਾਂ ਦੀਆਂ ਵਡਿਆਈਆਂ, ਲੋਕਾਂ ਦੀ ਉਪਮਾ ਮੈਨੂੰ ਤੇਰੇ ਦਰ ਤੋਂ ਦੂਰ ਨਾ ਲੈ ਜਾਏ। ਮੈਂ ਹੰਕਾਰ ਦਾ ਰੋਗੀ ਨਾ ਬਣ ਜਾਵਾਂ। ਸਤਿਗੁਰੂ ਰਹਿਮਤ ਕਰੀ, ਆਪਣੇ ਚਰਨਾਂ ਵਿੱਚ ਜੋੜੇ। ਬੜੀ ਵਾਰੀ ਅਰਜ਼ ਕਰਨਾ, ਭਾਈ ਜੀਰਾ ਸਿੰਘ ਸਿੱਖ ਜਗਤ ਦਾ ਬੜਾ ਉੱਘਾ ਰਾਗੀ ਹੋਇਆ, ਬਹੁਤ ਵਧੀਆ ਕੀਰਤਨੀਆ ਸੀ। ਲੋਕਾਂ ਨੇ ਵਡਿਆਈ ਕਰਨੀ, ਬੜੀ ਉਪਮਾ ਕਰਨੀ। ਉਹਨੇ ਜਦੋਂ ਵੀ ਜਾਣਾ ਦਰਬਾਰ ਸਾਹਿਬ ਮੱਥਾ ਟੇਕ ਕੇ ਜਾਣਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਜਦੋਂ ਵੀ ਵਾਪਸ ਆਉਣਾ, ਵੇਲੇ ਕੁ ਵੇਲੇ ਵੀ ਆਉਣਾ, ਸਿੱਧਾ ਦਰਬਾਰ ਸਾਹਿਬ ਜਾਣਾ। ਉਦੋਂ ਟ੍ਰੇਨਾਂ ਦਾ ਵਕਤ ਹੁੰਦਾ ਸੀ ਬਹੁਤਾ। ਕਿਸੇ ਗੁਰਮੁਖ ਨੇ ਪੁੱਛ ਲਿਆ, ਕਹਿਣ ਲੱਗੇ ਭਾਈ ਸਾਹਿਬ ਚਲੋ ਜਾਣ ਲੱਗਿਆ ਤਾਂ ਬੰਦਾ ਘਰੋਂ ਜਾਂਦਾ ਫਰੈਸ਼ ਹੀ ਹੁੰਦਾ ਹੈ, ਪਰ ਤੁਸੀਂ ਆਉਂਦੇ ਹੋਏ ਥੱਕੇ ਹਾਰੇ ਟੁੱਟੇ ਆਉਂਦੇ ਹੋ। ਕਈ ਦਿਨਾਂ ਦਾ ਸਫ਼ਰ ਹੁੰਦਾ, ਰਾਤਾਂ ਦਾ ਸਫ਼ਰ ਹੁੰਦਾ ਟ੍ਰੇਨ 'ਚ, ਤੇ ਤੁਸੀਂ ਆਉਂਦੇ ਹੋਏ ਵੀ ਘਰੇ ਨਹੀਂ ਜਾਂਦੇ, ਪਹਿਲਾਂ ਗੁਰੂ ਚਰਨਾਂ ਵਿੱਚ ਆਉਂਦੇ ਹੋ। ਭਾਈ ਸਾਹਿਬ ਦੇ ਨੇਤਰਾਂ 'ਚ ਪਾਣੀ ਆ ਗਿਆ। ਕਹਿੰਦੇ ਭਲਿਆ ਕਿਹੜੀ ਗੱਲ ਪੁੱਛ ਲਈ, ਪਰ ਮੈਂ ਦੱਸਾਂਗਾ। ਕਹਿੰਦੇ ਜਦੋਂ ਮੈਂ ਜਾਣਾ, ਮੈਂ ਗੁਰੂ ਨੂੰ ਕਹਿ ਕੇ ਜਾਣਾ, ਸਤਿਗੁਰੂ ਆ ਤਾਂ ਮਿੱਟੀ ਦਾ ਪੁਤਲਾ ਹੈ, ਇਹਦੇ ਹੱਥ ਬਸ ਕੁਛ ਨਹੀਂ। ਕਬੀਰ ਸਾਹਿਬ ਦਾ ਬਚਨ ਸੁਣਿਓ ਜੇ, ਕਬੀਰ ਨਾ ਹਮ ਕੀਆ ਨਹਿ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ। ਕਬੀਰ ਮੈਂ ਤਾਂ ਮਾਲਕ ਨੂੰ ਕਹਿ ਕੇ ਜਾਣੇ, ਮਿੱਟੀ ਦਾ ਪੁਤਲਾ ਚੱਲਿਆ। ਸਤਿਗੁਰੂ ਮੇਰੇ ਬਸ ਕੁਛ ਵੀ ਨਹੀਂ, ਮੇਰੇ ਸ਼ਬਦਾਂ ਵਿੱਚ ਜਾਨ ਪਾਦੀ ਹੋਏ ਦਾਤਿਆ। ਤੇਰੀ ਸੰਗਤ ਪਤਾ ਨਹੀਂ ਕਿਸ ਭਾਵਨਾ ਨਾਲ ਆਈ ਹੋਵੇਗੀ, ਉਹਨਾਂ ਦੀ ਝੋਲੀ ਵਿੱਚ ਉਹ ਪਾਦੀ ਜੋ ਭਾਵਨਾ ਲੈ ਕੇ ਮੈਂ ਤੇ ਗੁਰੂ ਦਾ ਸੁਨੇਹਾ ਦੇਣ ਜਾਣਾ ਹੈ। ਜਾਂਦਾ ਹੋਇਆ ਬੇਨਤੀ ਕਰਕੇ ਜਾਣਾ, ਤੇ ਜਦੋਂ ਮੈਂ ਵਾਪਸ ਆਉਣਾ, ਬੇਅੰਤ ਪਿਆਰ ਸੰਗਤਾਂ ਨੇ ਦਿੱਤਾ ਹੁੰਦਾ ਹੈ। ਮੈਂ ਉਦੋਂ ਗੁਰੂ ਚਰਨਾਂ ਤੇ ਟਹਿ ਪੈਣਾ ਦਾਤਿਆ, ਸਾਰਾ ਸਤਿਕਾਰ ਤੇਰਾ ਹੈ, ਮੇਰਾ ਨਹੀਂ, ਇਹ ਤੇਰਾ ਹੈ। ਤੇ ਹੁਣ ਮੈਂ ਆਪਣੇ ਪਰਿਵਾਰ ਵਿੱਚ ਜਾਣਾ, ਤੇਰਾ ਸਤਿਕਾਰ ਤੈਨੂੰ ਦੇ ਕੇ ਚੱਲਿਆ। ਇੱਕ ਕਿਰਪਾ ਕਰ, ਮੈਨੂੰ ਸਤਿਕਾਰ ਕੀ ਦੇ ਕੇ, ਪਿਆਰ ਕੀ ਦੇ ਕੇ ਤੋਰੀ। ਮੈਂ ਹੰਕਾਰ ਵਿੱਚ ਨਾ ਡੁੱਬ ਜਾਵਾਂ, ਮੈਨੂੰ ਅਹਿਸਾਸ ਹੋਵੇ ਇਹ ਸਤਿਕਾਰ ਤੇਰਾ ਦਿੱਤਾ ਹੋਇਆ। ਉਹ ਹੈ ਜੀਵਨ ਮੁਕਤ, ਜਿਹਦੇ ਉੱਤੇ ਪੁਸਤਕ ਦਾ ਕੋਈ ਅਸਰ ਨਾ ਹੋਵੇ। ਇੱਕ ਉਦਾਹਰਨ ਹੋਰ ਦੇਣੀ ਚਾਹੁੰਦਾ। ਸਤੰਬਰ ਦੇ ਮਹੀਨੇ 1581 ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਦਰਬਾਰ ਸਜਿਆ। ਅੱਜ ਸਜੇ ਹੋਏ ਦਰਬਾਰ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਗੁਰਿਆਈ ਦੀ ਦਸਤਾਰ ਦਿੱਤੀ ਜਾਣੀ ਹੈ। ਜਦੋਂ ਦਸਤਾਰ ਲੈ ਕੇ ਚੱਲੇ ਬਾਬਾ ਬੁੱਢਾ ਜੀ, ਤੇ ਉਦੋਂ ਬਾਬੇ ਪ੍ਰਿਥੀ ਚੰਦ ਨੇ ਰੌਲਾ ਪਾਇਆ। ਇੱਧਰ ਰੌਲਾ ਪੈ ਰਿਹਾ, ਉੱਧਰੋਂ ਇੱਕ ਭੱਟਾਂ ਦਾ ਟੋਲਾ ਗੁਰੂ ਚਰਨਾਂ ਵਿੱਚ ਆਇਆ। ਉਹਨੇ ਗੁਰੂ ਅਰਜਨ ਪਾਤਸ਼ਾਹ ਦੇ ਦੀਦਾਰ ਕੀਤੇ। 1800 ਕੋਈ ਵਿਰੋਧਤਾ ਨਹੀਂ। ਇਤਨਾ ਆਨੰਦ ਵਿੱਚ ਜੀਵਨ। ਭੱਟ ਦਰਸ਼ਨ ਕਰਕੇ ਕੁਰਲਾ ਉੱਠੇ, ਹਿਰਦੇ ਦਾ ਚਸ਼ਮਾ ਫੁੱਟ ਗਿਆ, ਅੰਮ੍ਰਿਤਮਈ ਬਾਣੀ ਦਾ ਪ੍ਰਕਾਸ਼ ਹੋ ਗਿਆ। ਭੱਟਾ ਬਚਨ ਆਖੇ, ਰਹਿਓ ਸੰਤ ਹੋਂ ਟੋਲ, ਸਾਧ ਬੋ ਤੇਰੇ ਡਿਠੇ, ਸੰਨਿਆਸੀ ਤਪਸੀਏ ਮੁਖ ਕੇ ਪੰਡਤ ਮਿੱਠੇ, ਬਰਸ਼ ਇਹ ਕਹੋ ਫਿਰਿਓ, ਕਿਨਾਂ ਨੂੰ ਪਰਚੋ ਲਾਇਓ, ਕਹਿਦਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਲੱਗੇ ਤੇਰੇ ਦਰ ਤੇ ਆ ਕੇ ਸਾਨੂੰ ਤਸੱਲੀ ਹੋ ਗਈ। ਬੜੇ ਧਰਮੀ ਲੋਕ ਵੇਖੇ ਸਨ, ਪਰ ਉਹਨਾਂ ਦੀ ਕਰਨੀ ਤੇ ਕਥਨੀ ਕਿਤੇ ਨਹੀਂ ਸੀ। ਸਤਿਗੁਰੂ ਤੇਰੇ ਦਰ ਤੇ ਆ ਕੇ ਵੇਖਿਆ ਤੇ ਆਨੰਦ ਆ ਗਿਆ। ਜਦੋਂ ਉਹ ਤਾਰੀਫ ਕਰਨ ਲੱਗੇ, ਗੁਰੂ ਅਰਜਨ ਪਾਤਸ਼ਾਹ ਜੀ ਰੋਕ ਦਿੱਤਾ। ਸੱਚੇ ਪਾਤਸ਼ਾਹ ਨੇ ਕਹਿੰਦੇ ਤੁਸੀਂ ਭੁਲੇਖੇ ਵਿੱਚ ਹੋ, ਮੇਰੀ ਕਦੀ ਤਾਰੀਫ ਕਰਨੀ ਹੈ? ਤਾਰੀਫ ਕਰਨੀ ਤੇ ਗੁਰੂ ਨਾਨਕ ਸਾਹਿਬ ਕੀ ਕਰੋ, ਤਾਰੀਫ
करनी तो गुरु अंगद साहब की करो, तारीफ करनी तो गुरु अमरदास जी की करो, तारीफ करनी गुरु रामदास सच्चे पातशाह की करो। पट्टां दे हिरदियां चों बचन निकलिया, जोत रूप हर आप गुरु नानक कहायो। गुरु अर्जन तेन देखते हैं पर तेरे चो बाकी गुरु भी लभदे हैं ना, तू कला नहीं दिसदा सानू, तेरे अंदरों बाकी गुरु भी प्रगट हुंदे ने। जोत रूप हर आप गुरु नानक कहायो, ताते अंगद भयो तत् सो तत् मिलायो। अंगद कृपा धार अमर सतगुर थित कियो, अमरदास अमर शतन गुरु नामे दियो। गुरु रामदास दर्शन परस कै मथुरा अमृत बैन, मूर्त पंच प्रमाण पुरख गुरु अर्जन तिखो नैन। गुरु तेरे दर्शन करके गुरु अर्जन साहब असी झूठी तारीफ नहीं करते हो दातिया, तेरे अंदरों गुरु नानक लभदा, तेरे अंदरों रब लभदा, तेरे अंदर गुरु अंगद साहब भी बैठा, तारीफ तेरी नहीं। प्यार वाले मैं हथ जोड़ बेनती करा, दो ही पक्ष ने, जे तो मेरे विचों गुण ने जिन्हां दी तारीफ हुंदी है, फिर तो मैं घुट के गुरु के चरण पकड़ के कमां दातिया तेरी तारीफ है। सिद्ध आखन सुन नानका, सिद्ध आखन सुन बालिया, तेन पूछते असी क्या नो तुम्हारा, तेरा की नाम है? अपना नाम तुम देह बताई। सिद्ध आखन सुन बालिया, अपना नाम तुम देह बताई। बाबा आखे नाथ जी, नानक नाम जपे गत पाई। सतगुरु ने अपनी गल नहीं की, सतगुरु ने तो बचन आखे जिहड़े अज भी गुरु ग्रंथ साहिब की पवित्र बाणी विचों गुरु पातशाह दे मिलते हैं। गुरु अर्जन पातशाह जी महाराज दे सहब आखते ने, तुद आके अरदास हमारी, जियो पिंड सब तेरा, कहो नानक सब तेरी वडियाई, कोई नाम ना जाने दिया। जे तो मेरे च गुण ने, फिर मैं गुरु के चरण पकड़ के कमा सतगुरु तेरी वडियाई है। जे मेरे च गुण नहीं, झूठी तारीफ है, तो मैं उन्होंने हाथ जोड़ा भी मैं इस खुशामद तो बचना चाहना, मेरे जीवन को किते बर्बादी के कारण बन जाए। उस्तद निंदा, उस्तद निंदिया, जे उस्तद बहुत प्यारी लगती है ना, तो चेता रखियो निंदा उन्नी दुखी करती है। निंदा नहीं सुन होती मनुख के कोल। हाँ, निंदा सुन लैंदा जे किसी की होंदी होवे। अपनी निंदा सुननी औखी है, दूजे की वडियाई सुननी बहुत औखी है, बहुत औखी है। जदों निंदा हो रही होवे ना, जिहड़ा धर्मी पुरख है वो इस गल तो भी निविकला हो जाता है, उहदे ते निंदा का भी असर नहीं होता। अमृत बाणी का बचन है, उन्होंने एक गल का पता लग जाता है, निंदा भली किसे की नहीं, मनमुख मुग्ध करन। वो निंदा भी नहीं करता, उस्तत भी नहीं करता, उस गल तो निविकला हो जाता है। एक छोटी जी बेनती और करते हैं, बड़े ध्यान नाल सुनियो। सतगुरु आखते ने, कहेंगे उस मनुख के अंदर उहदे उत्ते असर ही नहीं होता किसी भी गल का, निंदा का कोई असर नहीं होता। वो जीवन ऊंचा चुक लेंदा है, उन्हें पता लग जाता है। मैं पंक्ति फिर दोहरावां, निंदा निंदा भली किसे की नहीं, मनमुख मुग्ध करन। उन्हें पता लग गया भी कि मनमुख मुग्ध मूर्खां का काम है निंदा करनी, कि सियाणा बंदा नहीं निंदा करता। निंदिया के पहले मैं अर्थ करदी हाँ, निंदिया सच नूं सच कहना निंदिया नहीं होंदी, सच नूं सच कहना निंदिया नहीं होंदी। तां ही असीं बहुत बारी गल भुलेखे विच रह जाते हैं। जिथे कबीर साहब का एक बचन है, कबीर सेवा को दोए भले, एक संत एक राम। उसे कबीर साहब का बचन है, गज साढ़े तैते टोटियां तेरे पाई तग, गली जिना जप माड़ियां लोटे हथ नभागो, हर के संत ना आखिए बाना सके ठग। गुरु नानक बाबर के मूँह से कहता तू जाबर है, ये निंदा नहीं है। गुरु नानक मक्के की धरती से बैठ के कह रहा है, बाबा आखे हाजियां शुभ अमला वाजो दोनों रोई, ये निंदा नहीं है। ये सच की बाणी नानक आखे, सच सुनाई सी सच की बेटा। आ जीवन युक्त है, इवें मुक्त होना है। पिछों कमंजा डर दे के किसी भाई साहब के कोलों मेरे वर्गे खुशामद करने वाले को अरदास करवा लवे, कोई सच्चे पातशाह मुक्त कर दे, मुक्त नहीं जी होना। अपने जीवन हुण झात मार, तेरे जीवन च असर की है।
निंदा का असर है। मनमुख मुग्ध निंदा करते ने, फिर गुरमुख निंदा नहीं करता। गुरमुख की कहता है? गुरमुख कहता है निंदो निंदो मोको लोग निंदो, निंदा जन को खरी प्यारी कर दियो। निंदा करी जाओ, मैनू की फर्क पैन लगा, मेरे मालिक ने मैनू इस रस तो उच्चा चुक लिया। निंदा बाप, निंदा महतारी, इस कल तो उच्चा उठ जाता है। हजूर के बचन ने बड़े प्यारे, मालिक जी आखते ने, कहते हर जन राम नाम गुण गावे, जे कोई निंद करे हर जन की, अपना गुण ना गवावे। शब्द एक कहन लगा, उन्होंने तवज्जो देके समझियो। निक्का जिहा बच्चा है, कोई 7-8 साल का, मापिओं की गल च झोला पाया, फट्टी दिती, उदों रफ कापी की थां ते फट्टी होया करती सी, बार बार लिखण का अभ्यास। माँ ने शगन मनाए, बाप ने शगन मनाए, पढ़ने वास्ते स्कूल गया। उस्ताद ने सामने बिठा के एक गल कही, बेटे फट्टी ते लिख जो मैं कहना। जो उस्ताद कहता बच्चा नहीं लिख रहा, बार बार उस्ताद कहता बच्चा नहीं लिख रहा, सगों नाल दे भी बिगाड़ दे। गुरबाणी विच इस गल का फैसला है, फट्टी ते सिर्फ 2 अखर लिखण का झगड़ा एडा वड्डा वधिया, उसका जिक्र गुरु ग्रंथ साहिब है। एक फट्टी उत्ते 7 साल के बच्चे ने 2 अखर ना लिखण का झगड़ा इतना वधिया, उसका जिक्र गुरु ग्रंथ साहिब है। किड्डा वड्डा झगड़ा होगा। प्रहलाद पठाए पढ़न साल, संग सखा बोलिए लिए बाल, मोको कहाँ पढ़ावत आल जाल, मेरी पट्टिया लिखते श्री गोपाल। कहने लगे मैनू होर पढ़न के नाल वास्ता नहीं है, नहीं छोड़ो रे बाबा राम नाम, मेरा और पढ़न से नहीं काम, मैनू बाकी पढ़ाई नाल कोई वास्ता नहीं, मैं नहीं लिख सकता। हरनाक्ष ने कोई कतल नहीं किया, हरनाक्ष ने किसी की इज्जत नहीं लुटी, उन्होंने दुष्ट क्यों कहा जाता है? क्योंकि उन्हें झूठी तारीफ सुनने का चासा पै गया सी। झूठी तारीफ सुनता सुनता आखिरकार लोगों को कहन लग गया, उस स्कूलों में मेरा लैसन पढ़ाओ, जे कोई लिखे तो रब ना लिखे, वो लिखे हरनाक्ष बड़ा है। सतगुरु ने बड़ी प्यारी दात बख्शिश की है। हजूर आखते ने, कह लगे नहीं भलिया, अपने जीवन में सोच, अपने जीवन में किसी की खुशामद करेगा की मिल जाएगा, $4 वाधू मिल जाएंगे, पर जे उन्हें खुशी दे दी, जे उन्हें रहमत दे दी, जे उन्हें बख्शिश कर दी, साहब आखते ने लख खुशियां पातशाहियां जे सतगुरु नजर करे। पिछे भी बेनती की सी, फिर दोहरा दें। एक कवि ने किसी राजे के दरबार च कविता पढ़ी, बड़ी प्यारी उदी वडियाई विच, सारे दरबारी बड़े खुश होए, बड़ी उपमा हुई। तो राजा बड़ा सियाना सी, उन्होंने कहने लगे भी सजना साल बाद आनी, तेनू मैं 5000 मोहर देनी है, तो साल बाद आके ले जाए। वो साल बाद आया बड़ी चाह ते आके कहने लगे, राजन सलाम, मैंने पछाणिया जी? वो कहना नहीं, बड़े लोग आते थे, बड़े जाते हैं। कहने लगे मैं वही जिन्हों 5000 मोहर देनी सी। कहने लगे केड़ी मोहर? कहने लगे मैं उस दिन कविता पढ़ी सी। कहने हाँ मैंने याद है। फिर तुम मोहरा किमें भुल गई? कहने लगे भलिया तू बड़ा बड़े भुलेखे विच है, तू चंद खुशामद के शब्द मैनू आखे, मैनू घड़ी भर खुशी हुई, तेन मोहरा तो मैनू देनिया चाहिए ने, मैं तेन चंद शब्द आखे पर मैं साल नहीं तेन खुशी दी, तू पूरा साल खुश रहे। जे वडियाई मालिक की करेगा ना, उहदी वडियाई में एडी वड्डी खूबी है, गुण गावत तेरी पुत्र समैल, दिन सजाई हम मैं विक फैल। समा नेड़े है। हजूर आखते ने उस्ताद निंदिया ना ही जे, जिहदे जीवन में ना उस्ताद का फर्क है ना निंदा का असर है। निंदा नाल भी तड़फिया ना करिए, भरोसा रखिया करिए। निंदक ऐसे ही झर परिए, यह निशानी सुनो तुम भाई जो कालर भीत घिरी है।
ਨਿੰਦਕ ਦਾ ਕੰਮ ਹੀ ਇਹ ਹੈ। ਜੋ ਸ਼ਿਦਰ ਦੇਖੈ ਤੋ ਨਿੰਦਕ ਉਮਾਹੈ, ਭੜੋ ਦੇਖ ਦੁਖ ਭਰੀਐ। ਨਿੰਦਕ ਦਾ ਕੰਮ ਹੀ ਉਹ ਸਿਰਫ ਤਰੁੱਟੀਆਂ ਲੱਭਦਾ ਹੈ। ਨਿੰਦਾ ਦਾ ਅਰਥ ਵੀ ਭਾਈ ਕਾਲੂ ਸਿੰਘ ਨਾਭਾ ਨੇ ਜ਼ਿਕਰ ਕੀਤਾ, ਕਿਸੇ ਦੇ ਦੋਸ਼ ਲੱਭ ਕੇ ਬਿਆਨਣਾ, ਕਿਸੇ ਤੇ ਝੂਠੀ ਤੋਹਮਤ ਲਾਉਣੀ। ਸਤਿਗੁਰੂ ਆਖਦੇ ਨੇ, ਕਹਿੰਦੇ ਉਹ ਮਨੁੱਖ ਮੁਕਤ ਹੈ। ਕਿਸੇ ਥਾਂ ਤੇ ਜਾਣ ਦੀ ਲੋੜ ਨਹੀਂ, ਕਿਸੇ ਥਾਂ ਤੇ ਭਟਕਣ ਦੀ ਲੋੜ ਨਹੀਂ। ਆਪਣੇ ਆਪ ਨੂੰ ਸੋਚ ਕੇ ਵੇਖ, ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ। ਕੰਚਨ ਸੋਨੇ ਨੂੰ ਕਹਿੰਦੇ ਨੇ, ਲੋਹ ਲੋਹੇ ਨੂੰ ਕਹਿੰਦੇ ਨੇ। ਉਹਦੇ ਜੀਵਨ ਵਿੱਚ ਲੋਹਾ ਤੇ ਸੋਨਾ ਇੱਕੋ ਜਿਹਾ ਹੋਵੇ, ਫਰਕ ਨਾ ਹੋਵੇ। ਪਿਆਰ ਵਾਲਿਓ, ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤ ਬਾਰੇ, ਸਰਬੰਸ ਬਾਰੇ ਆ, ਇਹਦਾ ਤੇ ਜ਼ਿਕਰ ਆਪਾਂ ਗਾਹੇ ਵਗਾਹੇ ਕਰਦੇ ਰਹਿੰਦੇ ਹਾਂ, ਪਰ ਕੰਚਨ ਲੋਹ ਸਮਾਨ ਦਾ ਸਬਕ ਵੀ ਉਹਨਾਂ ਬੜਾ ਵੱਡਾ ਦਿੱਤਾ ਸੀ। ਜਿਸ ਦਿਨ ਗੁਰੂ ਗੋਬਿੰਦ ਸਿੰਘ ਖੇਡਣ ਗਏ ਗੰਗਾ ਦੇ ਕਿਨਾਰੇ ਪਟਨੇ ਦੀ ਧਰਤੀ ਉੱਤੇ, ਉਸ ਦਿਨ ਸੋਨੇ ਦੇ ਕੰਗਣ ਵਗਾ ਕੇ ਮਾਰਦੇ ਨੇ। ਸਾਥੀ ਜਾ ਕੇ ਮਾਂ ਗੁਜਰ ਕੌਰ ਨੂੰ ਦੱਸਦੇ ਨੇ, ਤੇਰੇ ਲਾਡਲੇ ਨੇ ਕੰਗਣ ਸੁੱਟ ਦਿੱਤੇ। ਮਾਂ ਗੁਜਰੀ ਆਉਂਦੀ ਪੁੱਛਦੀ, ਲਾਡਵੇ ਕੰਗਣ ਕਿੱਥੇ ਸੁੱਟਿਆ? ਉਹਨਾਂ ਕਿਸੇ ਚੁੱਕ ਕੇ ਨਿੱਕੇ ਜਿਹੇ ਪੱਥਰ ਨਾਲ ਨਹੀਂ ਦੱਸਿਆ। ਉਹਨਾਂ ਦੂਜਾ ਕੰਗਣ ਕੱਢਿਆ ਤੇ ਉਹ ਵਗਾ ਕੇ ਮਾਰਿਆ। ਕਹਿਣ ਲੱਗੇ, ਮਾਂ ਉੱਥੇ ਜੇ ਸੁੱਟਿਆ। ਮਾਂ ਕਹਿਣ ਲੱਗੀ, ਪੁੱਤ ਪਹਿਲੇ ਕੰਗਣ ਦੀ ਸ਼ਿਕਾਇਤ ਤਾਂ ਮੈਂ ਸਹਾਰ ਲਈ, ਕਿਉਂਕਿ ਮੈਂ ਕੋਲ ਨਹੀਂ ਸੀ, ਪਰ ਹੁਣ ਮੈਂ ਤੈਨੂੰ ਅੱਖੀਂ ਕੰਗਣ ਸੁੱਟਦਿਆਂ ਵੇਖਿਆ। ਮੈਨੂੰ ਦੱਸ ਤੂੰ ਕਿਉਂ ਸੁੱਟੇ ਨੇ? ਸਤਿਗੁਰਾਂ ਬਚਨ ਆਖੇ ਸੀ। ਕਹਿਣ ਲੱਗੇ, ਮਾਂ ਮੇਰੇ ਪਿਤਾ ਦਾ ਬਚਨ ਸੀ, ਅੱਜ ਮੈਂ ਵੇਖਣਾ ਚਾਹੁੰਦਾ ਸੀ, ਮੇਰਾ ਮਨ ਤੜਫਦਾ। ਮੇਰੇ ਪਿਤਾ ਦਾ ਬਚਨ ਹੈ, ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ। ਕੰਚਨ ਲੋਹ ਸਮਾਨ ਬਰਾਬਰ ਹੈ। ਮੇਰੇ ਪਿਤਾ ਦਾ ਬਚਨ ਸੀ, ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈਣੀ ਜੰਕੈ। ਕੰਚਨ ਮਾਟੀ ਮਾਨੈ। ਕੰਚਨ ਤੇ ਮਿੱਟੀ ਨੂੰ ਇੱਕੋ ਜਿਹਾ ਮੰਨਦਾ ਹੋਵੇ। ਜੇ ਸੋਨਾ ਗਵਾਚ ਜਾਏ ਤੇ ਮਨ ਤੜਫੇ, ਜੇ ਲੋਹਾ ਲੱਭ ਜਾਏ ਤੇ ਖੁਸ਼ੀ ਨਹੀਂ ਹੁੰਦੀ। ਮੈਂ ਅੱਜ ਵੇਖਣਾ ਚਾਹੁੰਦਾ ਸੀ, ਸੋਨਾ ਸੁੱਟ ਕੇ ਮੇਰਾ ਮਨ ਤੜਫਦਾ ਤਾਂ ਨਹੀਂ? ਯਕੀਨ ਕਰਕੇ ਜਾਣਿਓ, ਸ਼ੁਰੂਆਤ ਵਿੱਚ ਤੇ ਹੋ ਸਕਦਾ ਕੋਈ ਬੰਦਾ ਨਾ ਤਜਰਬਾ ਹੋਵੇ, ਤੇ ਹੋ ਸਕਦਾ ਕੋਈ ਐਸੀ ਗੱਲ ਕਰ ਲੇ ਜਿਹਨੇ ਅੱਤ ਦੇ ਦੁੱਖ ਸੁੱਖ ਦੇਖ ਲਏ ਹੋਣ, ਅੱਤ ਦੇ ਦੁੱਖ ਸੁੱਖ ਦੇਖ ਲਏ ਹੋਣ। ਜੀਵਨ ਦੇ ਅੰਤਲੇ ਪਲਾਂ 'ਚ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਦੀ ਧਰਤੀ 'ਤੇ ਬੈਠੇ ਨੇ, ਜਿਹਨੂੰ ਅੱਜ ਅਸੀਂ ਹਜ਼ੂਰ ਸਾਹਿਬ ਕਹਿੰਦੇ। ਬਹਾਦਰ ਸ਼ਾਹ ਕੇ ਇੱਕ ਹੀਰਾ ਭੇਟ ਕਰਦਾ, ਗੁਰੂ ਗੋਬਿੰਦ ਸਿੰਘ ਹੀਰਾ ਭਗਾ ਕੇ ਮਾਰਦਾ ਗੋਦਾਵਰੀ 'ਚ। ਬਹਾਦਰ ਸ਼ਾਹ ਪੁੱਛਦਾ, ਪਾਤਸ਼ਾਹ ਇਹ ਕੀ ਸੀ? ਸਾਨੂੰ ਕਹਿੰਦੇ ਹੀਰਾ ਸੀ। ਕਹਿੰਦੇ ਹੀਰਾ ਨਦੀ 'ਚ ਭਗਾ ਕੇ ਮਾਰਿਆ, ਤੁਹਾਨੂੰ ਪਕੜ ਨਹੀਂ? ਹਜ਼ੂਰ ਕਹਿਣ ਲੱਗੇ, ਤੂੰ ਤਾਂ ਅੱਜ ਹੀਰੇ ਵੇਖੇ ਹੋਣਗੇ ਤਖਤ ਤੇ ਬੈਠ ਕੇ। ਮੈਂ ਤਾਂ 9 ਸਾਲਾਂ ਦਾ ਸੀ ਜਦੋਂ ਹੀਰਿਆਂ ਦੀ ਕਲਗੀ ਲਾਉਣ ਲੱਗ ਪਿਆ ਸੀ। ਪਰ ਫਰਕ ਨਹੀਂ ਹੈ, ਫਰਕ ਨਹੀਂ ਹੈ। ਕੰਚਨ ਮਾਟੀ ਮਾਨੈ। ਮਨਾਂ ਤੋਂ ਗਰੀਬ ਤੇ ਅਮੀਰ ਵਿੱਚ ਫਰਕ ਨਾ ਕਰਿਆ ਕਰ। ਜਿਸ ਗੁਰੂ ਨੂੰ ਮੱਥਾ ਟੇਕਣਾ, ਉਹ ਬਹਾਦਰ ਸ਼ਾਹ ਦੇ ਕੋਲ ਵੀ ਬੈਠਦਾ, ਉਹ ਸ਼ਿਵਨਾਥ ਰਾਜੇ ਕੋਲ ਵੀ ਬੈਠਦਾ, ਉਹ ਬਾਬਰਾਂ ਕੋਲ ਵੀ ਬੈਠਦਾ। ਪਰ ਜੇ ਲੋੜ ਪਈ ਤਾਂ ਉਹ ਕੋੜੀਆਂ ਦੀਆਂ ਝੁੱਗੀਆਂ 'ਚ ਵੀ ਰਬਾਬ ਵਜਾ ਦਿੰਦਾ ਹੈ। ਉਹਨੂੰ ਵੇਖ, ਜੇ ਤੇਰੇ ਮਨ 'ਚ ਗਰੀਬ ਤੇ ਅਮੀਰ ਦਾ ਫਰਕ ਹੈ ਨਾ, ਫਿਰ ਤੂੰ ਮੁਕਤ ਤਾਹੀਂ ਤੇ ਜਾਨ ਨਹੀਂ ਬਣਿਆ। ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ। ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੀਂ ਤੈ ਜਾਨ। ਉਹਨੂੰ ਮੁਕਤ ਜਾਣੀਏ ਜਿਹੜੇ ਮਨੁੱਖ ਦੇ ਜੀਵਨ ਵਿੱਚ ਉਸਤਤ ਨਿੰਦਾ ਦਾ ਅਸਰ ਨਹੀਂ ਤੇ ਗਰੀਬ ਤੇ ਅਮੀਰ ਦਾ ਫਰਕ ਨਹੀਂ, ਦੋਨਾਂ ਨੂੰ ਇੱਕੋ ਜਿਹਾ ਪਿਆਰ ਕਰਦਾ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਪਾਸੋਂ ਆਪ ਜੀ ਬੜੇ ਪਿਆਰ ਸਤਿਕਾਰ ਨਾਲ